ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਏਸ਼ੀਆ ਟੀਵੀ HD ਤੇ ਮੈਂ ਅਮਰੀਕ ਕੁਮਾਰ। ਇਲੈਕਸ਼ਨ ਈਅਰ ਚੱਲ ਰਿਹਾ ਹੈ ਤੇ ਨਾਲ ਹੀ ਨਾਲ ਕਿਸਾਨੀ ਸੰਘਰਸ਼ ਵੀ ਪੂਰੇ ਜ਼ੋਰਾਂ ਤੇ ਆ। ਦੀਪ ਸਿੱਧੂ ਦੀ ਰਿਹਾਈ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਰਨੈਲ ਸਿੰਘ ਲਵਲੀ ਜੀ ਵੱਲੋਂ ਲੱਡੂ ਵੰਡ ਕੇ ਉਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਗਈ ਸੀ। ਸਾਡੇ ਨਾਲ ਅੱਜ ਕਰਨੈਲ ਸਿੰਘ ਲਵਲੀ ਜੀ ਨੇ। ਲਵਲੀ ਜੀ, ਸਵਾਗਤ ਹੈ ਤੁਹਾਡਾ ਏਸ਼ੀਆ ਟੀਵੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਚੈਨਲ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਵਲੀ ਜੀ, 26 ਜਨਵਰੀ ਦੀ ਘਟਨਾ ਤੋਂ ਬਾਅਦ ਦੀਪ ਸਿੱਧੂ ਬਾਈ ਚਲਾ ਗਿਆ ਸੀ ਜੇਲ੍ਹ ਦੇ ਵਿੱਚ ਤੇ ਬੀਤੇ ਦਿਨ ਉਹਦੀ ਰਿਹਾਈ ਹੋਈ ਹੈ। ਤੁਹਾਡੇ ਵੱਲੋਂ ਵੀ ਲੱਡੂ ਵੰਡ ਕੇ ਇੱਕ ਖੁਸ਼ੀ ਜ਼ਾਹਰ ਕੀਤੀ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਪਿਛਲੇ ਸਾਲ ਕੁ ਤੋਂ ਕਰੀਬ ਜਿਹੜੇ ਪੰਜਾਬ ਤੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਜਿਹੜੇ ਕਿਸਾਨ ਬੈਠੇ ਹੋ ਆ, ਲੰਬੇ ਸਮੇਂ ਤੋਂ ਉਹ ਜਿਹੜੇ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਲਿਆਂਦੇ ਆ ਉਹਨਾਂ ਨੂੰ ਰੱਦ ਕਰਾਉਣ ਲਈ ਜਿਹੜਾ ਸੰਘਰਸ਼ ਕਰ ਰਹੇ, ਚਾਹੇ ਉਹ ਦਿੱਲੀ ਦੇ ਬਾਰਡਰਾਂ 'ਤੇ ਹੋਵੇ, ਚਾਹੇ ਪੰਜਾਬ ਦੇ ਵਿੱਚ ਅਲੱਗ-ਅਲੱਗ ਟੋਲ ਪਲਾਜ਼ਿਆਂ 'ਤੇ ਦੇਖ ਲਓ ਜਾਂ ਧਰਨਿਆਂ ਦੇ ਰੂਪ ਵਿੱਚ ਦੇਖ ਲਓ ਲੱਗੇ ਹੋ। ਉਸ ਦੇ ਤਹਿਤ ਸਾਲ ਕੁ ਦੇ ਕਰੀਬ ਤੋਂ ਹੀ ਵੀਰ ਦੀਪ ਸਿੱਧੂ ਨੇ ਜਿਹੜਾ ਕਿ 32 ਜਥੇਬੰਦੀਆਂ ਤੋਂ ਅਲੱਗ ਜਿਹੜਾ ਸ਼ੰਭੂ ਮੋਰਚਾ ਜਿਹੜਾ ਹਰਿਆਣਾ ਤੇ ਪੰਜਾਬ ਦੇ ਬਾਰਡਰ 'ਤੇ ਪੱਕਾ ਮੋਰਚਾ ਲਗਾਇਆ ਸੀ, ਉਸ ਮੋਰਚੇ ਦੇ ਵਿੱਚ ਦੀਪ ਸਿੱਧੂ ਵੀਰ ਨੇ ਬਹੁਤ ਵੱਡਾ ਜਿਹੜਾ ਰੋਲ ਅਦਾ ਕੀਤਾ। ਨੌਜਵਾਨਾਂ ਨੂੰ ਪੰਜਾਬ ਦੇ ਹੱਕਾਂ ਬਾਰੇ, ਨੌਜਵਾਨਾਂ ਨੂੰ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੋ ਰਹੀ ਆ, ਪੰਜਾਬ ਦੀ ਬੋਲੀ ਜਾਂ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਜਾਂ ਜਿਹੜੀ ਪੰਜਾਬ ਦੀ ਖੁਦ ਮੁਖਤਿਆਰੀ ਦੀ ਗੱਲ ਆ, ਜਾਂ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਵਾ, ਲੰਬੇ ਸਮੇਂ ਤੋਂ ਦੀਪ ਸਿੱਧੂ ਵੀਰ ਜਿਹੜੇ ਕਰਦੇ ਆ ਰਹੇ ਸੀਗੇ ਤੇ ਉਹਨਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਵੀ ਜਿਹੜਾ ਅੱਜ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਹੈ, ਦਿੱਲੀ ਦੇ ਬਾਰਡਰਾਂ 'ਤੇ ਪਹੁੰਚਾ, ਉਹ ਦੀਪ ਸਿੱਧੂ ਵੀਰ ਹੋਣਾ ਦਾ ਬਹੁਤ ਵੱਡਾ ਰੋਲ ਸੀਗਾ। ਤੇ ਜਿਨ੍ਹਾਂ ਨੂੰ 26 ਜਨਵਰੀ ਦੀ ਘਟਨਾ ਦੇ ਵਿੱਚ ਕੇਂਦਰ ਸਰਕਾਰ ਵੱਲੋਂ, BJP ਸਰਕਾਰ ਵੱਲੋਂ ਵੱਖ-ਵੱਖ ਧਾਰਾਵਾਂ ਲਾ ਕੇ ਜਿਹੜਾ ਗ੍ਰਿਫਤਾਰ ਕੀਤਾ ਗਿਆ, ਜਿਹੜੀ ਕਿ ਪਿਛਲੇ ਦਿਨੀ ਉਹਨਾਂ ਦੀ ਜ਼ਮਾਨਤ ਹੋਈ ਆ, ਰਿਹਾਈ ਹੋਈ ਆ, ਉਸ ਦੀ ਖੁਸ਼ੀ ਦੇ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਜਿਹੜੇ ਨੌਜਵਾਨ ਸੀਗੇ ਉਹਨਾਂ ਨੇ ਲੱਡੂ ਵੰਡ ਕੇ ਜਿਹੜੀ ਖੁਸ਼ੀ ਜ਼ਾਹਰ ਕੀਤੀ ਆ, ਤਾਂ ਕਿ ਜਿਹੜੇ ਇਹ ਨੌਜਵਾਨ, ਕਿਉਂਕਿ ਜਦੋਂ ਵੀ ਪੰਜਾਬ ਦੀ ਹੋਂਦ ਦੀ ਗੱਲ ਆਈ ਆ, ਪੰਜਾਬ ਦੇ ਹੱਕਾਂ ਦੇ ਲਈ ਕਿਸੇ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਾਂ ਪੰਜਾਬ ਦੇ ਹੱਕਾਂ ਲਈ ਕੋਈ ਜੂਝਿਆ, ਬੇਸ਼ੱਕ ਕੁਛ ਟਾਈਮ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੰਡਣ ਦੀ, ਉਹਨਾਂ ਨੂੰ ਅਲੱਗ-ਅਲੱਗ ਜਿਹੜਾ ਨਾਮ ਦੇਣ ਦੀ, ਪਰ ਸਮਾਂ ਰਹਿੰਦੇ ਜਦੋਂ ਇਤਿਹਾਸ ਆਪਣੇ ਆਪ ਨੂੰ ਕਹਿੰਦੇ ਦੁਹਰਾਉਂਦਾ, ਥੋੜ੍ਹੀ ਦੇਰ ਬਾਅਦ ਜਿਹੜੇ ਆ ਉਹੀ ਜਿਹੜੇ ਲੋਕਾਂ ਦੇ ਨਾਇਕ ਬਣ ਕੇ ਜਿਹੜੇ ਉੱਭਰਦੇ ਆ। ਇਹੀ ਕੁਛ ਦੀਪ ਸਿੱਧੂ ਵੀਰ ਨਾਲ ਵੀ ਹੋਇਆ। ਬੇਸ਼ੱਕ 26 ਜਨਵਰੀ ਦੀ ਘਟਨਾ ਤੋਂ ਬਾਅਦ ਬਹੁਤ ਕੁਛ ਉਹਨਾਂ 'ਤੇ ਇਲਜ਼ਾਮ ਲੱਗੇ, ਪਰ ਅੱਜ ਦੇਖੋ ਤੁਸੀਂ ਉਹ ਨੌਜਵਾਨਾਂ ਦੇ ਨਾਇਕ ਜਿਹੜੇ ਪੰਜਾਬ ਦੇ ਪੁੱਤ ਬਣ ਕੇ ਉਸ ਰੂਪ ਵਿੱਚ ਜਿਹੜੇ ਲੋਕ ਉਹਨਾਂ ਨੂੰ ਦੇਖ ਰਹੇ ਆ। ਲਵਲੀ ਜੀ, ਕਿਸਾਨੀ ਸੰਘਰਸ਼ ਚੱਲ ਰਿਹਾ ਆ, ਇਸ ਤਰ੍ਹਾਂ ਦਾ ਸੰਘਰਸ਼ ਸ਼ਾਇਦ ਹੀ ਦੂਸਰੀ ਵਾਰ ਕਿਤੇ ਚੱਲੇ। 32 ਜਥੇਬੰਦੀਆਂ ਦੇ ਲੋਕ ਕਹਿੰਦੇ ਏਕਾ ਕਰਕੇ ਚੱਲੋ, ਇਕੱਠੇ ਹੋ ਕੇ ਚੱਲੋ। ਬੇਸ਼ੱਕ ਲੱਖਾ ਸਧਾਣਾ ਨਾਲ ਉਹਨਾਂ ਦੇ ਜੁੜ ਗਿਆ, ਉਹਨਾਂ ਨੇ ਸਟੇਜ ਸਾਂਝੀ ਕਰਨ ਨੂੰ ਕਹਿ ਦਿੱਤਾ। ਚਾਹੀਦਾ ਨਹੀਂ ਇਹਨਾਂ ਨੂੰ ਦੀਪ ਬਾਈ ਨੂੰ ਵੀ ਨਾਲ ਲੈ ਕੇ ਚੱਲੇ ਤਾਂ ਜੋ ਸੰਘਰਸ਼ ਹੋਰ ਵਧੀਆ ਤਰ੍ਹਾਂ ਤੇ ਸੁਚੱਜੇ ਢੰਗ ਨਾਲ ਚੱਲ ਸਕੇ? ਦੇਖੋ, ਜਿਹੜੀ ਇਕੱਲੀ ਦੀਪ ਸਿੱਧੂ ਵੀਰ ਦੀ ਗੱਲ ਨਹੀਂ, ਇਕੱਲੀ ਇੱਕ ਵਿਅਕਤੀ ਦੀ ਗੱਲ ਨਹੀਂ ਹੈਗੀ। ਗੱਲ ਤਾਂ ਇਹ ਹੈ ਵੀ ਦੀਪ ਸਿੱਧੂ ਵੀਰ ਦੇ ਨਾਲ ਜਿਹੜਾ ਰਵੱਈਆ ਅਪਣਾਇਆ ਜਾ ਰਿਹਾ 32 ਕਿਸਾਨ ਜਥੇਬੰਦੀਆਂ ਵੱਲੋਂ। ਦੇਖੋ, ਜੇ ਮੈਂ 32 ਜਥੇਬੰਦੀਆਂ ਦਾ ਹਿੱਸਾ ਨਹੀਂ ਹੈਗਾ, ਪਰ ਮੈਂ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ, ਦਿਨ ਰਾਤ ਇੱਕ ਕਰਕੇ ਪੂਰਾ ਮਤਲਬ ਸਪੋਰਟ ਕਰ ਰਿਹਾ, ਅਤੇ ਮੈਂ ਵੀ ਇੱਕ ਸੰਘਰਸ਼ ਦਾ ਹਿੱਸਾ। ਬੇਸ਼ੱਕ ਮੈਂ 32 ਜਥੇਬੰਦੀਆਂ ਦਾ ਹਿੱਸਾ ਨਹੀਂ, ਪਰ ਮੈਂ ਪੰਜਾਬ ਦਾ ਹਿੱਸਾ ਜ਼ਰੂਰ ਆ, ਪੰਜਾਬ ਦੇ ਲੋਕਾਂ ਦਾ ਹਿੱਸਾ ਜ਼ਰੂਰ ਆ, ਸੰਘਰਸ਼ ਦਾ ਹਿੱਸਾ ਜ਼ਰੂਰ ਆ। ਜੇ ਦੀਪ ਸਿੱਧੂ ਵੀਰ ਨੇ ਜਿਹੜਾ ਸੰਘਰਸ਼ ਕੀਤਾ ਜਾਂ ਹੁਣ ਤੱਕ ਨੌਜਵਾਨਾਂ ਨੂੰ ਲਾਮਬੰਦ ਕੀਤਾ, ਤੇ ਬਹੁਤ ਵੱਡਾ ਜਿਹੜਾ ਯੋਗਦਾਨ ਕਿਸਾਨੀ ਸੰਘਰਸ਼ ਵਿੱਚ ਦੀਪ ਸਿੱਧੂ ਵੀਰ ਦਾ ਸੀਗਾ। ਅਤੇ ਇਹ ਜਿਹੜੀਆਂ ਜਥੇਬੰਦੀਆਂ ਵੱਲੋਂ, ਚਾਹੇ ਜਥੇਬੰਦੀਆਂ ਦੇ ਆਗੂ, ਚਾਹੇ ਕੋਈ ਵੀ ਬੰਦਾ, ਉਹ ਕਿਸੇ ਨੂੰ ਵੀ ਇਹ ਗੱਲ ਕਹਿਣ ਦਾ ਹੱਕ ਨਹੀਂ ਹੋ ਵੀ ਜੇ ਉਹ ਸਾਡੇ ਨਾਲ ਸਹਿਮਤ ਨਹੀਂ ਹੋ, ਜੇ ਵੱਖਰਾ ਪ੍ਰੋਗਰਾਮ ਵੀ ਉਲੀਕਿਆ ਵੀ ਉਹ ਗੱਦਾਰ ਹੋ ਗਿਆ, ਉਹ RSS ਦਾ ਬੰਦਾ ਹੋ ਗਿਆ, ਉਹ BJP ਦਾ ਬੰਦਾ ਹੋ ਗਿਆ। ਇਹੋ ਜਿਹੜੀਆਂ ਤੋਹਮਤਾਂ ਲਾਈਆਂ ਗਈਆਂ, ਮੈਂ ਸਮਝਦਾ ਵੀ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਆ, ਇਹਨਾਂ ਨੇ ਬਿਲਕੁਲ ਉਸ ਟਾਈਮ 'ਤੇ ਜਿਹੜੇ ਗਲਤ ਸਟੈਪ ਚੱਕਿਆ ਸੀ, ਜਦੋਂ ਕਿਹਾ ਸੀ ਵੀ ਸਾਡਾ ਹਿੱਸਾ ਹੀ ਹੈ ਨਹੀਂ। ਉਹ ਇੱਦਾਂ ਨਹੀਂ ਕਹਿਣਾ ਚਾਹੀਦਾ, ਕਿਉਂਕਿ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਨੂੰ ਗੱਦਾਰੀ ਦਾ ਸਰਟੀਫਿਕੇਟ ਦੇ ਦੇਣਾ, ਇਹ ਬਿਲਕੁਲ ਨਹੀਂ ਚਾਹੀਦਾ। ਨਾ ਹੀ ਇਹ ਕਿਸੇ ਨੂੰ ਕਹਿ ਸਕਦੇ। ਦੇਖੋ, ਕੋਈ ਘਰ ਬੈਠਾ ਵੀ ਕਿਸਾਨੀ ਸੰਘਰਸ਼ ਦੇ ਸੰਬੰਧ ਵਿੱਚ ਉਹਨਾਂ ਦੇ ਹੱਕ ਵਿੱਚ ਪੋਸਟ ਪਾਉਂਦਾ, ਅਤੇ ਉਹ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਹੀ ਆ। ਇਹ ਕਿੱਦਾਂ ਕੋਈ ਕਹਿ ਸਕਦਾ? ਕਿਹੜਾ ਪੈਰਾਮੀਟਰ ਆ ਜਿਹੜਾ ਮਤਲਬ ਕਿਸਾਨੀ ਜਥੇਬੰਦੀਆਂ ਕੋਲ ਆ ਅਤੇ ਬਾਕੀਆਂ ਕੋਲ ਹੈ ਨਹੀਂ? ਉਹ ਕੋਈ ਘਰ ਬੈਠਾ ਵੀ ਸੰਘਰਸ਼ ਕਰਦਾ ਵਾ, ਘਰ ਬੈਠਾ ਵੀ ਹਮਾਇਤ ਕਰਦਾ, ਅਤੇ ਉਹ ਵੀ ਹਿੱਸਾ ਹੀ ਆ। ਇਹ ਤਾਂ ਜਿਹੜੀ ਗੱਲ ਕਰਨੀ, ਇਹ ਤਾਂ ਮੈਂ ਸਮਝਦਾ ਵੀ ਬਿਲਕੁਲ ਇਹ ਕਹਿੰਦੇ ਜ਼ਰੂਰ ਆ 40 ਸਾਲ ਦਾ ਤਜਰਬਾ, ਪਰ ਮੈਨੂੰ ਨਹੀਂ ਲੱਗਦਾ ਵੀ ਜਿੱਦਾਂ ਦਾ ਇਹਨਾਂ ਨੇ ਪਿੱਛੇ ਦਿਨੀ ਹਾਸੋਹੀਣੇ ਬਿਆਨ ਦੇ ਰਹੇ ਆ, ਜੋ ਮੂਰਖਤਾ ਕਰਦੇ ਪਏ ਆ, ਇਹ ਕਿਸਾਨੀ ਸੰਘਰਸ਼ ਲਈ ਘਾਤਕ ਵਾ।
ਇਹਦੇ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਜਿਹੜੀ ਲੀਡਰਸ਼ਿਪ ਹੀ ਆ, ਕਿਸਾਨ ਲੀਡਰਸ਼ਿਪ। ਕਹਿੰਦੇ ਹੁੰਦੇ ਕੋਈ ਇੰਨਾ ਵੱਡਾ ਮਰਜ਼ੀ ਮਸਲਾ ਹੋਵੇ, ਗੱਲਬਾਤ ਨਾਲ ਹੀ ਉਹਦਾ ਮਸਲਾ ਹੱਲ ਹੁੰਦਾ ਹੈ। ਕਿਸਾਨ ਜਥੇਬੰਦੀਆਂ ਤੇ ਸੈਂਟਰ ਸਰਕਾਰ ਦੇ ਮੰਤਰੀਆਂ ਨਾਲ ਗੱਲ ਰੁਕੀ ਨੂੰ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਕਰਨੈਲ ਸਿੰਘ ਲਵਲੀ ਨੂੰ ਪੁੱਛਿਆ ਜਾਵੇ ਤਾਂ ਕੀ ਕਹਿੰਦਾ ਆ ਕਿ ਕੀ ਹੱਲ ਹੋ ਸਕਦਾ ਕਿਸਾਨੀ ਸੰਘਰਸ਼ ਦਾ? ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈ, ਕੀ ਹੱਲ ਹੋ ਸਕਦਾ? ਦੇਖੋ, ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਰਕਾਰ ਜਿਹੜੀ ਆ ਮੰਨਣ ਨੂੰ ਤਿਆਰ ਨਹੀਂ ਹੋ ਸਕਦੀ ਜਾਂ ਸਰਕਾਰ ਦੇ ਉੱਤੇ ਦਬਾਅ ਹੈ ਨਹੀਂ। ਸਰਕਾਰ ਉੱਤੇ ਪੂਰਾ ਦਬਾਅ ਹੈਗਾ, ਚਾਹੇ ਉਹ 26 ਜਨਵਰੀ ਨੂੰ ਪਿਆ ਸੀਗਾ, ਚਾਹੇ ਉਸ ਤੋਂ ਪਹਿਲਾਂ ਜਿਹੜਾ ਟਰੈਕਟਰ ਮਾਰਚ ਕੱਢਿਆ ਗਿਆ ਸੀਗਾ ਮਤਲਬ ਬਾਰਡਰਾਂ ਦੇ ਉੱਤੇ, ਚਾਹੇ ਜਦੋਂ 26-27 ਨਵੰਬਰ ਨੂੰ ਹਰਿਆਣਾ ਬਾਰਡਰ ਪਾਰ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਜਾਂ ਪੰਜਾਬ ਦੇ ਜਿਹੜੇ ਲੀਡਰਸ਼ਿਪ ਆ, ਪੰਜਾਬ ਦੇ ਲੋਕ ਆ, ਦਿੱਲੀ ਦੇ ਬਾਰਡਰਾਂ 'ਤੇ ਪਹੁੰਚੇ। ਪੂਰਾ ਦਬਾਅ ਆ। ਇਸੇ ਕਰਕੇ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਦੇਖੋ, ਜੇ ਇਹ ਕਾਨੂੰਨ ਸਹੀ ਆ ਫਿਰ ਜਿਹੜੇ ਸੈਂਟਰ ਦੇ ਮੰਤਰੀ ਆ ਉਹ ਇਹ ਗੱਲ ਕਿਉਂ ਕਹਿੰਦੇ ਆ ਕਿ ਇਹਦੇ ਵਿੱਚ ਅਸੀਂ ਸੋਧ ਕਰ ਦਿੰਦੇ ਆ? ਜੇ ਇਹ ਸਹੀ ਆ, ਤੁਸੀਂ ਆਪਣੇ ਉੱਤੇ ਸਟੈਂਡ ਲਿਆ ਵੀ ਬਿਲਕੁਲ ਕਿਸਾਨਾਂ ਦੇ ਹਿੱਤ ਵਿੱਚ ਆ, ਫਿਰ ਇੱਥੋਂ ਤੱਕ ਵੀ ਕਿਹਾ ਗਿਆ ਵੀ ਜਿੰਨੇ ਵੀ ਇਹਦੇ ਵਿੱਚ ਹੈਗੇ ਤੁਸੀਂ ਵੱਧ ਤੋਂ ਵੱਧ ਸੋਧ ਕਰਾ ਲਓ। ਫਿਰ ਇਹ ਕਾਨੂੰਨਾਂ 'ਚ ਬਚਦਾ ਕੀ ਆ? ਮਤਲਬ ਮੈਂ ਸਮਝਦਾ ਕਿ ਇਹ ਬਿਲਕੁਲ ਪ੍ਰੈਸ਼ਰ ਵਿੱਚ ਹੈਗੀ ਆ ਸੈਂਟਰ ਸਰਕਾਰ, ਪਰ ਇਹ ਆ ਉਹਨਾਂ ਦੇ ਕੋਲ ਸੋਰਸਸ ਹੈਗੇ, ਉਹਨਾਂ ਕੋਲ ਤਾਕਤ ਹੈਗੀ ਆ, ਉਹਨਾਂ ਕੋਲ ਬਹੁਮਤ ਹੈਗਾ ਵਾ, ਉਹਨਾਂ ਕੋਲ ਫੌਜ ਆਪਣੀ ਹੈਗੀ ਆ, ਉਹਨਾਂ ਕੋਲ ਪੁਲਿਸ ਆਪਣੇ, ਕਾਨੂੰਨ ਉਹਨਾਂ ਦੇ ਕੋਲ ਵਾ। ਅਤੇ ਇਸ ਬਹੁਮਤ ਦੇ ਕਰਕੇ ਹੀ ਇੱਕ ਹੰਕਾਰ ਜਿਹੜਾ ਉਹਨਾਂ ਦੇ ਮਨ ਵਿੱਚ ਵੀ ਅਸੀਂ ਨਹੀਂ ਝੁਕਣਾ, ਉਹ ਹੰਕਾਰ ਕਰਕੇ ਹੀ ਉਹ ਅੱਗੇ ਗੱਲਬਾਤ ਦਾ ਜਿਹੜਾ ਪ੍ਰਸਤਾਵ ਨਹੀਂ ਲੈ ਕੇ ਆਉਂਦੇ। ਮੈਂ ਸਮਝਦਾ ਵੀ ਕੋਈ ਐਡੀ ਗੱਲ ਨਹੀਂ ਉਹ ਇਹ ਜਿਹੜਾ ਉਹਨਾਂ ਨੂੰ ਝੁਕਣਾ ਪਊਗਾ, ਔਰ ਇਹ ਜਿਹੜੇ ਕਾਲੇ ਕਾਨੂੰਨ ਆ ਹਰ ਹਾਲਤ ਵਿੱਚ ਰੱਦ ਹੋਊਗੇ, ਕਿਉਂਕਿ ਜਿਹੜੇ ਲੋਕ 400 ਤੋਂ ਵੱਧ ਜਿਹੜੇ ਕਿਸਾਨ ਉੱਥੇ ਸ਼ਹੀਦ ਹੋ ਗਏ ਆ, ਉਹਨਾਂ ਦੇ ਪਰਿਵਾਰ ਜਿਹੜੇ ਆ ਜਾਂ ਜਿਹੜੇ ਲੋਕ ਉੱਥੇ ਲੰਬੇ ਸਮੇਂ ਤੋਂ 4-5 ਮਹੀਨੇ ਆਪਣੇ ਪਰਿਵਾਰ ਛੱਡ ਕੇ ਬੈਠੇ ਹੋ ਆ, ਕੀ ਉਹ ਮੁੜੂਗੇ? ਇਹ ਜਿਹੜੇ ਸਰਕਾਰ ਨੂੰ ਭੁਲੇਖਾ ਵੀ ਆਪਣੇ ਮਨ 'ਚੋਂ ਕੱਢ ਦੇਣਾ ਚਾਹੀਦਾ। ਕੀ ਲੱਗਦਾ ਆ 400 ਤੋਂ ਵੱਧ ਤੁਸੀਂ ਸ਼ਹੀਦੀਆਂ ਦੀ ਗੱਲ ਕੀਤੀ, ਉੱਥੇ ਸ਼ਹੀਦ ਹੋ ਗਏ ਆ ਕੁਛ ਕਿਸਾਨ ਆਗੂਆਂ ਦਾ, ਅਤੇ ਕੁਛ ਕਿਸਾਨਾਂ ਦਾ ਇਹ ਵੀ ਕਹਿਣਾ ਜਿਹੜੀ ਸਰਕਾਰ ਦੀ ਪ੍ਰਪੋਜ਼ਲ ਆਈ ਸੀ 2.5 ਸਾਲ ਦੀ ਰੱਦ ਦੀ, ਉਹ ਮੰਨ ਲੈਣੀ ਚਾਹੀਦੀ ਸੀ। ਲਵਲੀ ਕਿਸ ਨਜ਼ਰੀਏ ਨਾਲ ਦੇਖਦਾ? ਦੇਖੋ, ਇਹ ਮੈਂ ਜਿੱਦਾਂ ਪਹਿਲਾਂ ਦੱਸ ਕੇ ਹਟਿਆ, ਜੇ 32 ਜਥੇਬੰਦੀਆਂ ਦੇ ਆਗੂ ਜਾਂ 32 ਜਥੇਬੰਦੀਆਂ 'ਚੋਂ ਕੁਛ 10-15 ਜਥੇਬੰਦੀਆਂ ਇਹ ਸੋਚਦੀਆਂ ਸੀ ਵੀ 2.5 ਸਾਲ ਦਾ ਪ੍ਰਪੋਜ਼ਲ ਮੰਨ ਲੈਣਾ ਚਾਹੀਦਾ ਸੀ, ਵੀ ਉਹਨਾਂ ਦੀ ਬਹੁਤ ਵੱਡੀ ਇਹ ਗਲਤੀ ਹੋਣੀ ਸੀ, ਔਰ ਇਤਿਹਾਸ ਵਿੱਚ ਪੰਜਾਬ ਦੇ ਲੋਕਾਂ ਨੇ ਕਦੀ ਵੀ ਇਹਨਾਂ ਨੂੰ ਮਾफ़ ਨਹੀਂ ਕਰਨਾ ਸੀ, ਕਿਉਂਕਿ ਇਹ ਜਿੰਨੇ ਵੀ ਫੈਸਲੇ ਕਿਸਾਨ ਜਥੇਬੰਦੀਆਂ ਨੇ ਲੈਣੇ ਆ ਜਾਂ ਲਏ ਆ, ਇਹ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੇ ਜਜ਼ਬਾਤਾਂ ਨੂੰ ਮੁੱਖ ਰੱਖ ਕੇ ਲੈਣੇ ਪੈਣੇ ਆ ਉਹਨਾਂ ਨੂੰ ਫੈਸਲੇ। ਇਹ ਨਾ ਸਮਝਣ ਕਿ ਇਹ ਜੇ 2.5 ਸਾਲ ਦਾ ਪ੍ਰਪੋਜ਼ਲ ਸੀਗਾ ਅਤੇ ਇਹਨੂੰ ਮੰਨ ਕੇ ਤਾਂ ਅਸੀਂ ਵਾਪਸ ਮੁੜ ਆਵਾਂਗੇ ਅਤੇ ਲੋਕ ਪੰਜਾਬ ਦੇ ਮਾफ़ ਕਰ ਦੂਗੇ, ਕਦੀ ਵੀ ਨਹੀਂ ਹੋ ਸਕਦਾ। ਔਰ ਜੇ ਕੁਛ ਜਥੇਬੰਦੀਆਂ ਨੇ ਉਸ ਟਾਈਮ 'ਤੇ ਸੋਚਿਆ ਵੀ ਸੀ, ਪੰਜਾਬ ਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਉਸ ਗੱਲ ਦਾ, ਅਤੇ ਉਹਨਾਂ ਨੂੰ ਬਿਲਕੁਲ ਜਿਹੜਾ ਰੱਦ ਕੀਤਾ, ਉਹਨਾਂ ਨੂੰ ਆਪਣਾ ਜਿਹੜੀ ਇਹ ਫੈਸਲਾ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ। ਹੁਣ ਜੇ ਇਹ ਸੋਚਦੇ ਆ, ਕਿਉਂਕਿ ਆਗੂਆਂ ਨੂੰ ਵੀ ਪੰਜਾਬ ਦੇ ਲੋਕਾਂ ਦੇ ਅਨੁਸਾਰ, ਉਹਨਾਂ ਦੀਆਂ ਜਜ਼ਬਾਤਾਂ, ਉਹਨਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਫੈਸਲੇ ਲੈਣੇ ਪੈਣਗੇ, ਨਹੀਂ ਤਾਂ ਲੋਕ ਇਹ ਮਾफ़ ਨਹੀਂ ਕਰਨਗੇ। ਕਿਸਾਨੀ ਸੰਘਰਸ਼ ਦੇ ਨਾਲ ਨਾਲ ਅੱਜ ਕੱਲ੍ਹ ਕਰੋਨਾ ਮਹਾਮਾਰੀ ਦਾ ਬੜਾ ਦੌਰ ਚੱਲ ਰਿਹਾ, ਦੂਸਰਾ ਚਰਨ ਸ਼ੁਰੂ ਹੋ ਗਿਆ, ਬੜਾ ਹੀ ਖਤਰਨਾਕ ਆ। ਦਿੱਲੀ ਦੇ ਹਾਲਾਤ ਦੇਖਿਆ ਜਾਵੇ ਤਾਂ ਬਹੁਤ ਮਾੜੇ ਹਾਲਾਤ ਦਿਖਾ ਰਿਹਾ ਜੀ, ਨੈਸ਼ਨਲ ਮੀਡੀਆ ਹੋਵੇ ਤਾਂ। ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦਾਅਵੇ ਕਰ ਰਹੀ ਹੈ ਨਾ ਆਕਸੀਜਨ ਦੀ ਕਮੀ ਨਾ ਵੈਕਸੀਨੇਸ਼ਨ ਦੀ। ਹੁਸ਼ਿਆਰਪੁਰ ਦੀ ਹੀ ਗੱਲ ਕੀਤੀ ਜਾਵੇ ਤਾਂ 2 ਦਿਨ ਵੈਕਸੀਨੇਸ਼ਨ ਨਹੀਂ ਸੀ, ਲੋਕ ਇੱਦਾਂ ਹੀ ਮੁੜ ਕੇ ਜਾਂਦੇ ਸੀ। ਕੀ ਲੱਗਦਾ ਸਰਕਾਰ ਦੇ ਦਾਅਵੇ ਖੋਖਲੇ ਆ? ਦੇਖੋ, ਜਿਹੜੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਹੋਵੇ, ਉਹ ਲੰਬੇ ਸਮੇਂ ਤੋਂ ਦਾਅਵਾ ਕਰਦੀ ਹੋਵੇ ਅਸੀਂ ਪੰਜਾਬ ਦੇ ਹੱਕਾਂ ਦੇ ਰਖਵਾਲੇ ਆ, ਪੰਜਾਬ ਦੇ ਲੋਕਾਂ ਦੇ ਲਈ ਅਸੀਂ ਰਖਵਾਲੇ ਆ ਲੋਕਾਂ ਦੇ, ਕੀ ਉਹ ਸਰਕਾਰ ਕੋਲ ਇੰਨੀ ਤਾਕਤ ਹੈ ਨਹੀਂ ਕਿ ਉਹ ਆਕਸੀਜਨ ਜਿਹੜੀ ਹੈ ਲੋਕਾਂ ਤੱਕ ਪਹੁੰਚਾਵੇ? ਕੀ ਉਹ ਸਰਕਾਰ ਕੋਲ ਇੰਨੀ ਤਾਕਤ ਹੈ ਨਹੀਂ ਕਿ ਲੋਕਾਂ ਤੱਕ ਜਿਹੜੀਆਂ ਜ਼ਰੂਰੀ ਸਹੂਲਤਾਂ ਮੁਹੱਈਆ ਕਰਾਉਣ? ਸਾਰੀ ਤਾਕਤ ਹੈਗੀ ਆ, ਪਰ ਜੇਕਰ ਸਮਾਜ ਸੇਵੀ ਸੰਸਥਾਵਾਂ, ਸਿੱਖ ਜਥੇਬੰਦੀਆਂ, ਖਾਲਸਾ ਏਡ ਵਰਗੀਆਂ ਜਿਹੜੀਆਂ ਜਥੇਬੰਦੀਆਂ, ਉਹ ਵਿਦੇਸ਼ਾਂ ਦੇ ਵਿੱਚ ਸਾਰਾ ਕੁਛ ਤਿਆਰ ਕਰਕੇ ਉੱਥੇ ਅਲੱਗ-ਅਲੱਗ 26-27 ਪਤਾ ਨਹੀਂ ਕਿੰਨੇ ਦੇਸ਼ਾਂ ਦੇ ਵਿੱਚ ਉਹ ਹੁਣ ਤੱਕ ਸੇਵਾਵਾਂ ਕਰ ਚੁੱਕੀਆਂ, ਅਤੇ ਇੱਥੇ ਇੰਡੀਆ ਵਿੱਚ ਵੀ ਅਲੱਗ-ਅਲੱਗ ਸਟੇਟਾਂ 'ਚ ਕਰ ਰਹੀਆਂ। ਜੇ ਉਹ ਉੱਥੇ ਬੈਠੇ ਇੱਥੇ ਇੰਡੀਆ ਦੇ ਵਿੱਚ ਆਕਸੀਜਨ ਜਿਹੜਾ ਅਵੇਲੇਬਲ ਲੋਕਾਂ ਲਈ ਕਰਵਾ ਸਕਦੇ ਆ, ਕੀ ਇਹ ਜਿਹੜੇ ਚੁਣੇ ਹੋਏ ਆਗੂ ਆ, ਜਿਹੜੇ ਇੰਨੇ ਸਾਲਾਂ ਤੋਂ ਲੋਕਾਂ ਨੇ ਚੁਣ ਕੇ ਇਹਨਾਂ ਨੂੰ ਅਹੁਦਿਆਂ 'ਤੇ ਬਿਠਾਇਆ, ਚੀਫ ਮਿਨਿਸਟਰ ਬਣਾਇਆ, MLA MPs ਬਣਾਇਆ, ਕਿ ਇਹ ਲੋਕਾਂ ਲਈ ਆਕਸੀਜਨ ਜਾਂ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਨਹੀਂ ਕਰਾ ਸਾਰਾ ਕੁਝ ਕਰਾ ਸਕਦੇ ਆ? ਅਤੇ ਮੈਂ ਸਮਝਦਾ ਇਹ ਮਨੁੱਖਤਾ ਦੇ ਲਈ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਆ ਆਗੂ ਜਿਹੜੇ ਲੀਡਰ ਆ।
ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਦਾ ਬਿਆਨ ਆਇਆ ਬੀਤੇ ਦਿਨ ਕਿ ਅਗਰ ਕਿਸੇ ਨੂੰ ਵੈਕਸੀਨੇਸ਼ਨ ਜਾਂ ਆਕਸੀਜਨ ਨਹੀਂ ਮਿਲਦੀ ਉਹ ਬੀਜੇਪੀ ਦੇ ਸੰਸਦਾਂ ਦੇ ਘਰ ਅੰਦਰ ਜਾ ਕੇ ਬੈਠ ਜਾਣ, ਕਿੰਨਾ ਕੁ ਜਾਇਜ਼ ਮੰਨਦੇ ਆ? ਦੇਖੋ, ਵਿਰੋਧ ਕਰਨਾ ਤਾਂ ਰਾਈਟ ਆ, ਇਹ ਤਾਂ ਜਿਹੜਾ ਸੰਵਿਧਾਨ ਆ ਉਹ ਵੀ ਰਾਈਟ ਦਿੰਦਾ ਵਾ। ਕਿਸੇ ਵੀ ਦੇਸ਼ ਦਾ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਕਿ ਅਗਰ ਤੁਹਾਡੇ ਹੱਕਾਂ ਦੇ ਨਾਲ, ਤੁਹਾਡੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੋਵੇ, ਸਰਕਾਰਾਂ ਕਰ ਰਹੀਆਂ ਹੋਣ, ਤਾਂ ਤੁਸੀਂ ਆਪਣਾ ਵਿਰੋਧ ਜਤਾ ਸਕਦੇ ਆ। ਉਹਨਾਂ ਨੇ ਉੱਥੇ ਘਰਾਂ ਦੇ ਮੂਹਰੇ ਬੈਠਣ ਦੀ ਗੱਲ ਕਹੀ ਆ, ਬਿਲਕੁਲ ਕਾਨੂੰਨ ਦੇ ਦਾਇਰੇ 'ਚ ਵਾ। ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ, ਇਹ ਜਮਹੂਰੀ ਹੱਕ ਵਾ। ਇਹ ਮੈਂ ਸਮਝਦਾ ਵੀ ਜੇ ਲੀਡਰਸ਼ਿਪ ਫੇਲ ਹੁੰਦੀ ਆ, ਜੇ ਲੀਡਰਸ਼ਿਪ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੀ ਆ, ਤੇ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਪੁੱਛਣਾ ਬਣਦਾ, ਕਿਉਂਕਿ ਚੁਣ ਕੇ ਵੀ ਲੋਕਾਂ ਨੇ ਇਹਨਾਂ ਨੂੰ ਜਿਤਾਇਆ। ਜੇ ਅੱਜ ਇਹ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਬਦੌਲਤ ਹੀ ਆ, ਅਤੇ ਲੋਕ ਜਿਹੜੇ ਆ ਇਸ ਗੱਲ ਦਾ ਹੱਕ ਰੱਖਦੇ ਆ ਕਿ ਇਹਨਾਂ ਨੂੰ ਪੁੱਛਣ, ਔਰ ਪੁੱਛਣਾ ਚਾਹੀਦਾ। ਲੀਡਰਾਂ ਨੂੰ ਘੇਰਨਾ ਚਾਹੀਦਾ ਔਰ ਲੀਡਰਾਂ ਨੂੰ ਸਵਾਲ ਕਰਨੇ ਚਾਹੀਦੇ ਆ ਕਿ ਅਸੀਂ ਤੁਹਾਨੂੰ, ਜਦੋਂ ਤੁਸੀਂ ਦਾਅਵੇ ਤਾਂ ਬੜੇ ਵੱਡੇ ਕੀਤੇ ਸੀਗੇ, ਪਰ ਹੁਣ ਜਦੋਂ ਲੋਕਾਂ ਦੇ ਉੱਤੇ ਮੁਸੀਬਤ ਆਈ ਆ, ਤਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ, ਸਿੱਖ ਸੰਸਥਾਵਾਂ ਜਾਂ ਹੋਰ ਜਿਹੜੇ ਲੋਕ ਮਨੁੱਖਤਾ ਦਾ ਦਰਦ ਰੱਖਦੇ ਆ, ਜਦ ਉਹ ਅੱਗੇ ਆ ਸਕਦੇ ਤਾਂ ਇਹ ਆਪਣੇ ਮਹਿਲਾਂ ਦੇ ਵਿੱਚੋਂ, ਏਸੀ ਰੂਮਾਂ ਦੇ ਵਿੱਚੋਂ, ਵੱਡੇ ਜਿਹੜੇ ਇਹਨਾਂ ਦੇ ਫਲੈਟ ਆ ਉਹਨਾਂ 'ਚੋਂ ਨਿਕਲ ਕੇ ਲੋਕਾਂ ਦੇ ਦਰਦ ਕਿਉਂ ਨਹੀਂ ਇਹ ਦੇਖ ਸਕਦੇ? ਖੇਤੀ ਕਾਨੂੰਨਾਂ ਦੇ ਖਿਲਾਫ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਚੰਗਿਆੜੀ ਪੰਜਾਬ ਤੋਂ ਉੱਠੀ ਸੀ ਉਹ ਪੂਰੇ ਭਾਰਤ ਦੇ ਵਿੱਚ ਚੱਲ ਗਈ ਆ। 5 ਸਟੇਟਾਂ 'ਚ ਇਲੈਕਸ਼ਨ ਹੋਈ ਆ। ਐਗਜ਼ੈਕਟਿਵ ਪੋਲ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਨੂੰ ਸੰਪੂਰਨ ਤੌਰ 'ਤੇ ਬਹੁਮਤ ਦਿੱਤਾ ਨਜ਼ਰ ਆ ਰਿਹਾ। ਕੀ ਮੰਨਦੇ ਹੋ ਕਿ EVM 'ਚ ਘਪਲਾ ਹੈ ਜਾਂ ਲੋਕ ਹਲੇ ਤੱਕ ਵੀ ਜਾਗਰੂਕ ਨਹੀਂ ਹੋਏ? ਦੇਖੋ, ਇੱਦਾਂ ਹੁੰਦਾ, ਜੇ ਤੁਸੀਂ ਸੋਚਦੇ ਆ ਵੀ ਹੁਣ ਇੱਕਦਮ ਬੀਜੇਪੀ ਬਹੁਮਤ ਵਿੱਚ ਆ ਗਈ, ਤਾਂ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਭੁਲੇਖਾ। ਪਿਛਲੇ 100 ਸਾਲ ਤੋਂ RSS ਜਿਹੜੀ ਵਰਕ ਕਰ ਰਹੀ ਆ ਕਿ ਕਿਸ ਤਰੀਕੇ ਨਾਲ ਰਾਜਨੀਤਿਕ ਜਿਹੜੀ ਤਾਕਤ ਵਾ ਉਹ ਹਾਸਿਲ ਕੀਤੀ ਜਾਵੇ, ਤਾਂ ਹੁਣ ਸਪਸ਼ਟ ਰੂਪ ਵਿੱਚ ਬਹੁਮਤ ਜਿਹੜੀ ਬੀਜੇਪੀ ਨੂੰ ਮਿਲੀ ਆ, ਇਹਦੇ ਵਿੱਚ ਬਹੁਤ ਵੱਡਾ ਰੋਲ EVM ਦਾ ਵੀ ਹੈ। ਜਦ ਬਾਕੀ ਕਈ ਦੇਸ਼ਾਂ ਦੇ ਵਿੱਚ ਜਿਹੜਾ EVM ਬੈਨ ਕੀਤੀ ਗਈ ਆ, ਵੱਡੇ ਜਿਹੜੇ ਵਿਕਸਿਤ ਦੇਸ਼ ਆ ਉੱਥੇ ਵੀ ਬੈਲਟ ਪੇਪਰ ਦੇ ਨਾਲ ਜਿਹੜੇ ਆ ਇਲੈਕਸ਼ਨ ਹੁੰਦੇ ਆ। ਅਤੇ ਕੀ ਕਾਰਨ ਬਣ ਗਿਆ ਵੀ ਇੱਥੇ ਹਾਲੇ ਤੱਕ ਜਿਹੜੀ EVM ਆ ਉਹ ਬੈਨ ਨਹੀਂ ਕੀਤੀ ਜਾ ਰਹੀ, ਔਰ ਕਈ ਵੱਡੀਆਂ ਸੰਸਥਾਵਾਂ ਵੱਲੋਂ ਕੋਰਟ ਦੇ ਵਿੱਚ ਵੀ ਜਿਹੜੀ ਰਿਟ ਪਾਈ ਗਈ ਆ ਵੀ EVM ਬੈਨ ਹੋਵੇ। ਮੈਂ ਸਮਝਦਾ ਵੀ ਇਸ ਵੇਲੇ ਸੋਰਸਿਸ ਜਿੰਨੇ ਵੀ ਆ ਸਰਕਾਰਾਂ ਦੇ ਹੱਥ ਵਿੱਚ, RSS ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਹੱਥ ਵਿੱਚ ਸਾਰੇ ਸੋਰਸ ਵਾ। ਜਿਹੜੇ ਸੋਰਸਾਂ ਨੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣੀ ਹੁੰਦੀ ਆ, ਚਾਹੇ ਨੈਸ਼ਨਲ ਮੀਡੀਆ, ਚਾਹੇ ਅਖਬਾਰਾਂ, ਪ੍ਰਿੰਟ ਮੀਡੀਆ ਜਾਂ ਹੋਰ ਆ, ਉਹ ਮੀਡੀਆ ਤਾਂ ਸਿੱਧਾ ਹੀ ਰੂਪ ਦੇ ਵਿੱਚ ਸਰਕਾਰਾਂ ਦੇ ਹੱਕ ਵਿੱਚ ਭੁਗਤ ਰਿਹਾ। ਅਤੇ ਲੋਕਾਂ ਨੂੰ ਜਿਹੜੀ ਅਵੇਅਰਨੈਸ ਹੈ, ਜਾਗਰੂਕਤਾ ਕਿੱਦਾਂ ਆ ਸਕਦੀ ਆ? ਬੇਸ਼ੱਕ ਸੋਸ਼ਲ ਮੀਡੀਆ 'ਤੇ ਜਿਹੜੇ ਚੈਨਲ ਹੈਗੇ ਆ ਉਹ ਬਿਲਕੁਲ ਗਰਾਊਂਡ ਲੈਵਲ ਦੇ ਉੱਤੇ ਜੋ ਸੱਚਾਈ ਆ ਉਹ ਬਿਆਨ ਕਰਦੇ ਆ, ਪਰ ਕਿਤੇ ਨਾ ਕਿਤੇ ਜਿਹੜਾ ਨੈਸ਼ਨਲ ਮੀਡੀਆ ਵਾ, ਜਿਹੜਾ ਘਰ ਘਰ ਲੰਬੇ ਸਮੇਂ ਤੋਂ ਪਹੁੰਚਾ ਦਿੱਤਾ ਗਿਆ, ਉਹਨਾਂ ਦੇ ਜਿਹੜੀ ਚੱਕਰ 'ਚੋਂ ਹਾਲੇ ਤੱਕ ਲੋਕ ਨਹੀਂ ਨਿਕਲ ਰਹੇ। ਔਰ ਮੈਂ ਸਮਝਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ EVM ਦਾ ਵੀ ਸੀ। ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹੋ। 400 ਤੋਂ ਵੱਧ ਸ਼ਹੀਦੀਆਂ ਹੋ ਚੁੱਕੀਆਂ ਨੇ। ਸਰਕਾਰ ਨਾਲ ਗੱਲਬਾਤ ਦਾ ਸਿਲਸਿਲਾ ਬੰਦ ਆ। ਕਿੱਥੇ ਕੁ ਦੇਖਦੇ ਇਸ ਲਈ ਸੰਘਰਸ਼ ਖੜਾ ਜੀ? ਦੇਖੋ, ਸੰਘਰਸ਼ ਪੂਰਾ ਸਿਖਰ 'ਤੇ ਆ। ਚਾਹੇ ਉਹ 26 ਜਨਵਰੀ ਦੀ ਘਟਨਾ ਸੀ, ਚਾਹੇ 27 ਨਵੰਬਰ ਨੂੰ ਜਦੋਂ ਦਿੱਲੀ ਦੇ ਆਪਣੇ ਹਰਿਆਣਾ ਪੰਜਾਬ ਦਾ ਬਾਰਡਰ ਕ੍ਰੋਸ ਕਰਕੇ ਜਿਹੜੇ ਲੋਕ ਆ ਦਿੱਲੀ ਦੇ ਬਾਰਡਰਾਂ 'ਤੇ ਪਹੁੰਚੇ, ਪੂਰਾ ਸਿਖਰ ਦੇ ਉੱਤੇ ਸੰਘਰਸ਼ ਚੱਲ ਰਿਹਾ। ਔਰ ਸਰਕਾਰ ਬਿਲਕੁਲ ਬੈਕਫੁੱਟ 'ਤੇ ਆ ਚੁੱਕੀ ਆ। ਇਹੀ ਕਾਰਨ ਆ ਕਿ ਜਦੋਂ ਤੁਸੀਂ ਇੱਕਦਮ ਗੱਲਬਾਤ ਦਾ ਰਾਹ ਬੰਦ ਕਰ ਦਿਓ, ਉਹਦਾ ਮਤਲਬ ਹੁੰਦਾ ਵੀ ਸਰਕਾਰ ਹਾਰ ਚੁੱਕੀ ਹੋਵਾ। ਗੱਲਬਾਤ ਦੇ ਵਿੱਚ, ਵਿਚਾਰਾਂ ਦੇ ਵਿੱਚ ਜਿਹੜੇ ਸਾਡੇ ਲੀਡਰ ਵੀ ਹੈਗੇ, ਸਾਡੇ ਬੁੱਧੀਜੀਵੀ ਆ, ਉਹਨਾਂ ਨੇ ਸਰਕਾਰ ਨੂੰ ਜਿਹੜੇ ਬੋਲਣ ਹੀ ਨਹੀਂ ਦਿੱਤਾ। ਇੱਥੋਂ ਤੱਕ ਕਿ ਜੇ ਇਹ ਕਹਿੰਦੇ ਵੀ ਕਾਲੇ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਵਾ, ਫਿਰ ਜਿਹੜੀ ਸਰਕਾਰ ਵਾ ਉਹ ਇਹ ਬਾਰ-ਬਾਰ ਕਿਉਂ ਕਹਿ ਰਹੀ ਆ ਵੀ ਇਹਦੇ ਵਿੱਚ ਅਸੀਂ ਜਿੰਨੇ ਸੋਧ ਕਰਾਉਣੇ ਕਰਾ ਲਓ, ਅਸੀਂ ਸੋਧ ਕਰਨ ਨੂੰ ਤਿਆਰ ਵਾਂ, ਪਰ ਇਹ ਰੱਦ ਨਹੀਂ ਹੋਣਗੇ। ਜੇ ਮੇਰਾ ਇਹ ਸਵਾਲ ਆ, ਜੇ ਸਾਰੀਆਂ ਸੋਧਾਂ ਹੀ ਹੋ ਗਈਆਂ ਫਿਰ ਕਾਨੂੰਨਾਂ 'ਚ ਬਚਿਆ ਕੀ ਆ? ਫਿਰ ਰੱਦ ਕਰਨ 'ਚ ਕੀ ਪ੍ਰੋਬਲਮ ਆ? ਔਰ ਜੇ ਤੁਸੀਂ ਕਰੋਨਾ ਨੂੰ ਇੰਨਾ ਖਤਰਾ ਮੰਨਦੇ ਆ ਵੀ ਪੂਰੇ ਇੰਡੀਆ ਦੇ ਵਿੱਚ ਕਰੋਨਾ ਵਾਕਈ ਬਹੁਤ ਘਾਤਕ ਵਾ, ਇਹ ਲੱਖਾਂ ਕਰੋੜਾਂ ਲੋਕਾਂ ਦੀ ਜਾਨ ਲੈ ਸਕਦਾ, ਫਿਰ ਮੈਂ ਸਮਝਦਾ ਵੀ 1 ਸੈਕਿੰਡ ਤੋਂ ਪਹਿਲਾਂ ਜਿਹੜੀ ਕੇਂਦਰ ਦੀ BJP ਸਰਕਾਰ ਆ ਉਹਨਾਂ ਨੂੰ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਘਰਾਂ ਵਿੱਚ ਭੇਜਣਾ ਚਾਹੀਦਾ। ਇਹ ਤਾਂ ਬਹੁਤ ਵੱਡੀ ਖਤਰੇ ਵਾਲੀ ਗੱਲ ਆ। ਫਿਰ ਲਾਸਟ ਸਵਾਲ ਹੈ ਲਵਲੀ ਜੀ। 4 ਸਾਲ ਪਹਿਲਾਂ ਪੰਜਾਬ ਦੀ ਕੈਪਟਨ ਸਰਕਾਰ ਸੱਤਾ ਦੇ ਵਿੱਚ ਆਈ ਸੀ। ਸਭ ਤੋਂ ਵੱਡਾ ਮੁੱਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ 'ਚ ਪਹੁੰਚਾਉਣਾ। 4 ਸਾਲ ਬਾਅਦ ਫਿਰ ਉੱਥੇ ਹੀ ਮਾਮਲਾ ਖੜਾ ਹੈ। ਜਿਹੜੀ ਸਿੱਟ ਬਣਾਈ ਸੀ ਉਹਦੀ ਜਿਹੜੀ ਰਿਪੋਰਟ ਹੈ ਉਹ ਖਾਰਜ ਕਰ ਦਿੱਤੀ ਗਈ ਹੈ। ਕੀ ਮੰਨਦੇ ਆ? ਦੇਖੋ, ਇਹ ਤਾਂ ਇੱਕ
ਰਾਜਨੀਤਿਕ ਸਟੰਟ ਹੋ ਰਿਹਾ, ਚਾਹੇ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਉਹ ਸਿੱਟ ਦੀ ਗੱਲ ਕਰਦੇ ਰੱਦ ਹੋਣ ਦੀ, ਜਾਂ ਹੋਰ ਵੀ, ਜਿੱਥੇ 1947 ਤੋਂ ਲੈ ਕੇ ਹੁਣ ਤੱਕ ਇਨਸਾਫ ਨਹੀਂ ਮਿਲਿਆ। ਮੇਰਾ ਇਹ ਸਵਾਲ ਆ ਵੀ 2015 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਾਡੇ ਕੋਲ ਕੀ ਬਚਦਾ? ਸਾਡੀ ਹੋਂਦ, ਸਾਡਾ ਇਤਿਹਾਸ, ਸਾਡਾ ਕਲਚਰ, ਸਾਡੇ ਜਿਹੜੀਆਂ ਸੱਭਿਅਤਾ, ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਹੀ ਸਾਡੀ ਹੋਂਦ ਆ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਸਿੱਖਾਂ ਕੋ ਜਾਂ ਪੰਜਾਬ ਦੇ ਲੋਕਾਂ ਕੋ ਬਚਿਆ ਕੀ? ਔਰ ਜਿਹੜੀ ਗੱਲ ਇਹ ਕਹਿੰਦੇ ਆ ਵੀ ਇਨਸਾਫ ਦੀ ਆਸ ਤਾਂ ਅਸੀਂ ਨਹੀਂ ਕਰਦੇ ਸਰਕਾਰਾਂ ਤੋਂ, ਕਿਉਂਕਿ ਨਾ ਹੀ ਕਰਨੀ ਚਾਹੀਦੀ ਆ। ਕਿਉਂਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ 1966 'ਚ, ਪੰਜਾਬ ਦੇ ਟੁਕੜੇ ਕਰ ਦਿੱਤੇ ਗਏ। 1955 'ਚ ਵੀ ਇੱਕ ਹਮਲਾ ਹੋਇਆ ਸੀਗਾ, ਬਹੁਤਿਆਂ ਨੂੰ ਪਤਾ ਨਹੀਂ ਦਰਬਾਰ ਸਾਹਿਬ 'ਤੇ, ਅਤੇ 66 'ਚ ਟੁਕੜੇ ਹੋਏ। 84 ਵਿੱਚ ਫਿਰ ਦਰਬਾਰ ਸਾਹਿਬ 'ਤੇ ਹਮਲਾ ਹੋ ਜਾਂਦਾ। ਪੰਜਾਬ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਵੱਡੀ ਪੱਧਰ 'ਤੇ ਉਹੀ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ, ਜਿਹੜੇ ਸਿੱਖਾਂ ਨੂੰ ਅੱਜ ਕਹਿੰਦੇ ਆ ਵੀ ਇਹ ਸਾਡੇ ਰਾਖੇ ਆ, ਇਹ ਦੇਸ਼ ਦੇ ਲਈ ਬਹੁਤ ਵੱਡਾ ਇਹ ਯੋਗਦਾਨ ਪਾ ਰਹੇ ਆ। ਇੱਕ ਟਾਈਮ 'ਤੇ ਉਹੀ ਰਾਜਧਾਨੀ ਦੇ ਵਿੱਚ ਜਿੱਥੇ ਅੱਜ ਸਿੱਖ ਸੇਵਾ ਕਰਦੇ ਆ, ਉਹੀ ਰਾਜਧਾਨੀ ਦੇ ਵਿੱਚ ਜਿਹੜਾ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਿੱਖਾਂ ਨੂੰ ਜਿੰਦਿਆਂ ਨੂੰ ਜਲਾਇਆ ਗਿਆ, ਉਹਨਾਂ ਦੇ ਬੇਪੱਤੀਆਂ ਹੋਈਆਂ, ਬਹੁਤ ਕੁਛ ਹੋਇਆ। ਅਤੇ ਮੈਂ ਸਮਝਦਾ ਕਿ ਇਹ ਇੱਕ ਰਾਜਨੀਤਿਕ ਸਟੰਟ ਆ। ਆਸ ਤਾਂ ਸਾਨੂੰ ਰੱਖਣੀ ਨਹੀਂ ਚਾਹੀਦੀ। ਹੁਣ ਤੱਕ ਨਹੀਂ ਇਨਸਾਫ ਮਿਲਿਆ। ਇਨਸਾਫ ਮਿਲਣਾ ਕਿੱਥੋਂ ਆ? ਜਿਹੜੀ ਸਰਕਾਰ ਕਤਲੇਆਮ ਕਰਦੀ ਆ ਉਹਦੇ ਤੋਂ ਇਨਸਾਫ ਦੀ ਆਸ ਥੋੜ੍ਹੀ ਰੱਖ ਸਕਦੇ ਹਾਂ। ਧੰਨਵਾਦ ਜੀ। ਇਹ ਸਨ ਯੂਥ ਸਿੱਖ ਆਗੂ ਕਰਨੈਲ ਸਿੰਘ ਲਵਲੀ, ਜਿਨ੍ਹਾਂ ਨੇ ਪੰਜਾਬ ਦੀ ਕੈਪਟਨ ਸਰਕਾਰ, ਮੋਦੀ ਸਰਕਾਰ ਅਤੇ ਨਾਲ ਹੀ EVM 'ਤੇ ਵੀ ਨਿਸ਼ਾਨੇ ਸਾਧੇ ਨੇ। ਉਹਨਾਂ ਨੇ ਕਿਹਾ ਕਿ ਜਦੋਂ 47 ਦਾ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਇਨਸਾਫ ਦੀ ਪੰਜਾਬ ਸਰਕਾਰ ਤੋਂ ਨਹੀਂ ਆਸ ਰੱਖਣੀ ਚਾਹੀਦੀ। ਖੁਦ ਸਿੱਖਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਸੰਵਾਦਦਾਤਾ ਸਹਿਯੋਗੀ ਸੁਖਵਿੰਦਰ ਹੀਰਾ ਦੇ ਨਾਲ ਅਮਰੀਕ ਕੁਮਾਰ, ਏਸ਼ੀਆ TV HD।